ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਕਲਾਸ, ਅੱਜ ਦਾ ਇਹ ਲੈਸਨ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦਾ ਗਣਿਤ ਦਾ 15ਵਾਂ ਅਧਿਆਇ ਹੈ ਸਾਡੇ ਕੋਲ ਗ੍ਰਾਫਾਂ ਬਾਰੇ ਜਾਣਕਾਰੀ, ਇੰਟਰੋਡਕਸ਼ਨ ਟੂ ਗ੍ਰਾਫਸ। तो ਉਹਦੇ ਵਿੱਚ ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਅਭਿਆਸ 15.2 ਦੇ ਜਿਹੜੇ ਸਵਾਲ ਹੈ ਉਹ ਆਪਾਂ ਹੱਲ ਕਰਾਂਗੇ। ਪਿਛਲੇ ਲੈਕਚਰ ਦੇ ਵਿੱਚ ਅਸੀਂ ਕਿਸੇ ਵੀ ਬਿੰਦੂ ਦੇ ਨਿਰਦੇਸ਼ਾਂਕ ਅਸੀਂ ਕਿਵੇਂ ਦਰਸਾਉਣੇ ਹੈ ਜਾਂ ਰੇਖੀ ਗ੍ਰਾਫ ਦੇ ਬਾਰੇ ਅਸੀਂ ਪੜ੍ਹਿਆ ਸੀਗਾ। ਸੋ ਅੱਜ ਦੇ ਲੈਸਨ ਵਿੱਚ ਉਸੇ ਹੀ ਕਨਸੈਪਟ ਦੇ ਉੱਤੇ ਆਧਾਰਿਤ ਜਿਹੜੇ ਸਾਡੇ ਕੋਲ 15.2 ਅਭਿਆਸ ਦੇ ਸਵਾਲ ਨੇ ਉਹਨਾਂ ਨੂੰ ਅਸੀਂ ਹੱਲ ਕਰਾਂਗੇ। ਠੀਕ ਹੈ, तो ਮੈਨੂੰ ਉਮੀਦ ਹੈ ਕਿ ਤੁਸੀਂ ਨੋਟਬੁੱਕ, ਪੈਨ, ਪੈਨਸਿਲ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤੇ ਲੈਸਨ ਲਈ ਪੂਰੀ ਤਰ੍ਹਾਂ ਤਿਆਰ ਹੋ। ਠੀਕ ਹੈ ਵਿਦਿਆਰਥੀਓ, तो आओ शुरू करते हैं ਅੱਜ ਦਾ ਲੈਸਨ ਤੇ ਦੇਖਦੇ ਹਾਂ 15.2 ਅਭਿਆਸ ਦਾ ਪਹਿਲਾ ਸਵਾਲ। ਠੀਕ ਹੈ, ਸੋ ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਹੇਠ ਦਿੱਤੇ ਬਿੰਦੂਆਂ ਨੂੰ ਇੱਕ ਵਰਗੀਕ੍ਰਿਤ ਕਾਗਜ਼ ਗ੍ਰਾਫ ਸ਼ੀਟ ਉੱਤੇ ਅੰਕਿਤ ਕਰੋ ਅਤੇ ਜਾਂਚੋ ਕਿ ਕੀ ਇਹ ਸਾਰੇ ਇੱਕ ਸਰਲ ਰੇਖਾ ਉੱਤੇ ਸਥਿਤ ਹਨ। ਤੋ ਇਹਦੇ ਵਿੱਚ ਸਾਡੇ ਕੋਲ A, B, C ਤਿੰਨ ਸਵਾਲ ਜਿਹੜੇ ਦਿੱਤੇ ਗਏ ਨੇ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਹਿਲਾ ਸਵਾਲ ਹੀ ਜਿਹੜਾ ਉਹ ਕਰਾਂਗੇ। ਠੀਕ ਹੈ, ਇਹਦੇ ਵਿੱਚ ਇਹ ਸਾਰੇ ਬਿੰਦੂਆਂ ਨੂੰ ਗ੍ਰਾਫ ਦੇ ਉੱਤੇ ਅੰਕਿਤ ਕਰਨ ਤੋਂ ਬਾਅਦ ਅਸੀਂ ਇਹ ਦੇਖਾਂਗੇ ਕਿ ਇਹ ਬਿੰਦੂ ਇੱਕ ਸਰਲ ਰੇਖਾ ਦੇ ਉੱਤੇ ਸਥਿਤ ਹਨ ਜਾਂ ਨਹੀਂ। ਠੀਕ ਹੈ, ਪਿਛਲੇ ਲੈਕਚਰ ਦੇ ਵਿੱਚ ਵੀ ਇਸੇ ਢੰਗ ਦਾ ਇੱਕ ਸਵਾਲ ਅਸੀਂ ਕੀਤਾ ਸੀ। ਸੋ ਆਓ ਦੁਬਾਰਾ ਦੇਖਦੇ ਹਾਂ ਕਿ ਇਸ ਢੰਗ ਦੇ ਸਵਾਲ ਨੂੰ ਅਸੀਂ ਕਿਵੇਂ ਹੱਲ ਕਰਨਾ ਹੈ। ਠੀਕ ਹੈ, तो पहला भाग साडे कोल है ਇਹਦੇ ਚਾਰ ਬਿੰਦੂ ਸਾਨੂੰ ਦਿੱਤੇ ਗਏ ਨੇ A, B, C ਅਤੇ D। ਉਹਨਾਂ ਦੇ ਨਿਰਦੇਸ਼ਾਂਕ ਜਿਹੜੇ ਉਹ ਸਾਡੇ ਕੋਲ ਨਾਲ ਦੀ ਨਾਲ ਜਿਹੜੇ ਲਿਖੇ ਹੋਏ ਨੇ। ਇਹ ਚਾਰੇ ਬਿੰਦੂਆਂ ਦੇ ਵਿੱਚ ਜਿਹੜੇ ਨਿਰਦੇਸ਼ਾਂਕ ਨੇ ਉਹ ਧਨਾਤਮਕ ਨੇ, ਇਸ ਕਰਕੇ ਇਹ ਸਾਰੇ ਬਿੰਦੂ ਜਿਹੜੇ ਉਹ ਪਹਿਲੀ ਚੌਥਾਈ ਦੇ ਵਿੱਚ ਹੀ ਅੰਕਿਤ ਹੋਣਗੇ। ਸਭ ਤੋਂ ਪਹਿਲਾਂ ਬਿੰਦੂ A ਦੀ ਜਿਹੜੀ ਸਥਿਤੀ ਹੈ ਉਹ ਅਸੀਂ ਦੇਖਦੇ ਹਾਂ। A ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਸਾਡੇ ਕੋਲ y ਕੋਆਰਡੀਨੇਟ ਹੈ, y ਨਿਰਦੇਸ਼ਾਂਕ ਹੈ ਉਹ 0 ਹੈ। ਜਿਸ ਵੀ ਬਿੰਦੂ ਦੇ ਵਿੱਚ y ਨਿਰਦੇਸ਼ਾਂਕ 0 ਹੋਏਗਾ ਉਹ ਬਿੰਦੂ ਹਮੇਸ਼ਾ x ਧੁਰੇ ਦੇ ਉੱਤੇ ਹੀ ਸਥਿਤ ਹੁੰਦਾ ਹੈ। ਠੀਕ ਹੈ, सो x की कीमत 4 है, x की कीमत 4 ਅਸੀਂ ਦੇਖ ਸਕਦੇ ਹਾਂ ਇਹ ਸਾਡੇ ਕੋਲ ਹੈ। ਠੀਕ ਹੈ, y ਦੀ ਕੀਮਤ 0 ਹੈ, ਇਸ ਲਈ ਸਾਡੇ ਕੋਲ ਜਿਹੜਾ ਬਿੰਦੂ ਹੈ ਉਹ x ਧੁਰੇ ਦੇ ਉੱਤੇ ਹੀ ਸਥਿਤ ਹੋਏਗਾ। ਠੀਕ ਹੈ, तो ਇਹ ਜਿਹੜਾ 4 ਹੈ ਇਹ ਹੀ ਸਾਡੇ ਕੋਲ ਲੋੜੀਂਦਾ ਬਿੰਦੂ A ਹੈ। ਠੀਕ ਹੈ, तो ਇਹ ਬਿੰਦੂ A ਹੈ। ਇਹਦੇ ਜਿਹੜੇ ਨਿਰਦੇਸ਼ਾਂਕ ਨੇ ਸਾਡੇ ਕੋਲ ਉਹ 4,0 ਹੈ। ਠੀਕ ਹੈ, तो इस तो बाद अगला जड़ा साडे कोल बिंदु है B दे निर्देशांक साडे कोल 4,2 ने। x की कीमत ਇਹਦੇ ਵਿੱਚ 4 ਹੈ ਤੇ y ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 2 ਹੈ। ਠੀਕ ਹੈ, तो x ਦੀ ਕੀਮਤ 4 ਇਹ ਸਾਡੇ ਕੋਲ ਹੋ ਗਿਆ ਤੇ y ਦੀ ਕੀਮਤ ਜਿਹੜੀ 2 ਹੈ ਉਹ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ y 2 ਹੈ। तो ਇਹ ਦੋਨਾਂ ਤੋਂ ਪਹਿਲਾਂ ਤਾਂ ਇੱਥੇ ਅਸੀਂ ਰੇਖਾਵਾਂ ਜਿਹੜੀਆਂ ਖਿੱਚਾਂਗੇ ਜਿਹਦੇ ਨਾਲ ਸਾਡੇ ਕੋਲ B ਜਿਹੜਾ ਬਿੰਦੂ ਹੈ ਉਹ ਬਣੇਗਾ। ਸੋ y2 ਤੋਂ ਅਸੀਂ ਇੱਕ ਸਿੱਧੀ ਰੇਖਾ ਜਿਹੜੀ ਇੱਧਰ ਖਿੱਚਾਂਗੇ ਪਹਿਲਾਂ। ਇਸੇ ਢੰਗ ਦੇ ਨਾਲ ਬਿੰਦੂ x4 ਤੋਂ ਜਿਹੜੀ ਇੱਕ ਰੇਖਾ ਲੰਬ ਦੇ ਰੂਪ ਦੇ ਵਿੱਚ ਅਸੀਂ ਉੱਪਰ ਖਿੱਚਾਂਗੇ। ਠੀਕ ਹੈ, ਪੈਨਸਿਲ ਦੇ ਨਾਲ ਤੁਸੀਂ ਇਹ ਦਾਣੇਦਾਰ ਰੇਖਾ ਇੱਥੇ ਲਗਾ ਸਕਦੇ ਹੋ ਗ੍ਰਾਫ ਦੇ ਉੱਤੇ। ਠੀਕ ਹੈ, तो ਇਹ ਦੋਨੋਂ ਰੇਖਾਵਾਂ ਜਿਸ ਬਿੰਦੂ ਤੇ ਮਿਲਦੀਆਂ ਨੇ ਉਹ ਬਿੰਦੂ ਹੀ ਸਾਡੇ ਕੋਲ ਬਿੰਦੂ B ਨੂੰ ਦਰਸਾਉਂਦਾ ਹੈ। ਠੀਕ ਹੈ, तो ਇਹ ਸਾਡੇ ਕੋਲ ਬਿੰਦੂ B ਹੈ। B ਦੇ ਜਿਹੜੇ ਨਿਰਦੇਸ਼ਾਂਕ ਨੇ ਸਾਡੇ ਕੋਲ ਉਹ 4,2 ਨੇ। ਠੀਕ ਹੈ, ਇਸ ਤੋਂ ਬਾਅਦ ਹੁਣ C ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ 4,6 ਨੇ। तो x ਦੀ ਕੀਮਤ ਇਹਦੇ ਵਿੱਚ 4 ਹੈ ਤੇ y ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 6 ਹੈ। ਠੀਕ ਹੈ, तो x4 ਤਾਂ ਸਾਡੇ ਕੋਲ ਇਹੀ ਰਹੇਗਾ, ਆਪਾਂ ਪਹਿਲਾਂ ਵੀ ਦਰਸਾ ਚੁੱਕੇ ਹਾਂ। y ਦੀ ਜਿਹੜੀ ਕੀਮਤ 6 ਉਹ ਸਾਡੇ ਕੋਲ ਇੱਥੇ ਹੈ। तो ਪਹਿਲਾਂ ਦੀ ਤਰ੍ਹਾਂ ਹੀ ਅਸੀਂ 6 ਤੋਂ ਇੱਥੇ ਇੱਕ ਲੰਬ ਜਿਹੜਾ ਖਿੱਚਾਂਗੇ। ਸੋ x ਬਰਾਬਰ 4 ਤੋਂ ਇੱਕ ਰੇਖਾ ਅਸੀਂ ਖਿੱਚੀ ਹੈ, ਇੱਕ y ਬਰਾਬਰ 6 ਤੋਂ ਖਿੱਚੀ ਹੈ। ਠੀਕ ਹੈ, ਇਹ ਦੋਨੋਂ ਰੇਖਾਵਾਂ ਜਿਸ ਬਿੰਦੂ ਤੇ ਮਿਲਦੀਆਂ ਨੇ ਉਹ ਸਾਡੇ ਕੋਲ ਲੋੜੀਂਦਾ ਬਿੰਦੂ C ਹੈ ਜਿਸ ਦੇ ਨਿਰਦੇਸ਼ਾਂਕ ਸਾਡੇ ਕੋਲ 4,6 ਹਨ। ਠੀਕ ਹੈ, ਇਸ ਤੋਂ ਬਾਅਦ ਬਿੰਦੂ D ਦੀ ਗੱਲ ਕਰੀਏ ਤਾਂ D ਦੇ ਵਿੱਚ ਜਿਹੜਾ x ਦੀ ਕੀਮਤ ਹੈ ਉਹ ਸਾਡੇ ਕੋਲ 4 ਹੈ। ਠੀਕ ਹੈ, ਭਾਵ ਇਹ ਵਾਲੀ ਕੀਮਤ ਹੈ। तो y ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 2.5 ਹੈ, 2.5। तो y ਦੀ ਕੀਮਤ 2.5 ਸਾਡੇ ਕੋਲ 2 ਅਤੇ 3 ਦੇ ਬਿਲਕੁਲ ਵਿਚਕਾਰ ਇੱਥੇ ਹੋਏਗੀ। ਠੀਕ ਹੈ, तो ਇਸ ਬਿੰਦੂ ਤੋਂ ਜਿਹੜਾ ਇਸ ਵਾਰ ਅਸੀਂ ਇੱਥੇ ਰੇਖਾ ਜਿਹੜੀ ਉਹ ਖਿੱਚਾਂਗੇ। तो y 2.5 ਜਿਹੜਾ ਸਾਡੇ ਕੋਲ ਹੈ ਉਹ ਇਸ ਜਗ੍ਹਾ ਤੇ ਹੋਏਗਾ 2.5। ਠੀਕ ਹੈ, तो D ਬਿੰਦੂ ਨੂੰ ਦਰਸਾਉਣ ਦੇ ਲਈ y 2.5 ਤੋਂ ਜਿਹੜੀ ਰੇਖਾ ਖਿੱਚਾਂਗੇ ਜਿਹੜੀ ਕਿ ਸਾਹਮਣੇ x ਬਰਾਬਰ 4 ਤੋਂ ਆ ਰਹੀ ਰੇਖਾ ਨੂੰ ਜਿਸ ਬਿੰਦੂ ਤੇ ਕੱਟਦੀ ਹੈ ਇਹ ਬਿੰਦੂ ਸਾਡੇ ਕੋਲ D ਬਿੰਦੂ ਨੂੰ ਦਰਸਾਉਂਦਾ ਹੈ।
ठीक है। तो ये साडे कोल डी दे निर्देशांक जिहड़े हो जाणगे 4,2.5। ठीक है स्टूडेंट्स, तो ਅਸੀਂ ਦੇਖ ਸਕਦੇ ਹਾਂ ਕਿ ਚਾਰੋਂ ਬਿੰਦੂ ਜਿਹੜੇ ਸਾਡੇ ਕੋਲ ਨੇ A, B, C ਅਤੇ D, ਇਹ ਪਹਿਲਾਂ ਹੀ ਸਾਫ਼ ਤੌਰ ਤੇ ਅਸੀਂ ਦੇਖ ਸਕਦੇ ਹਾਂ ਕਿ ਇਹ ਸਰਲ ਰੇਖਾ ਦੇ ਉੱਤੇ ਸਥਿਤ ਹਨ। ਠੀਕ ਹੈ, ਉੱਥੇ ਅਸੀਂ ਲਿਖ ਦਿਆਂਗੇ ਨਾਲ ਹਾਂ ਇਹ ਚਾਰੋਂ ਬਿੰਦੂ ਸਰਲ ਰੇਖਾ ਉੱਤੇ ਸਥਿਤ ਹਨ। ਸਰਲ ਰੇਖਾ ਉੱਤੇ ਸਥਿਤ ਹਨ। ਠੀਕ ਹੈ, तो इस तो बाद आओ अगला सवाल देखते हैं। अगले सवाल ਦੇ ਵਿੱਚ ਜਿਹੜੇ ਸਾਨੂੰ ਬਿੰਦੂ ਦਿੱਤੇ ਗਏ ਨੇ, ਇੱਕ P ਬਿੰਦੂ ਹੈ ਜਿਹਦੇ ਨਿਰਦੇਸ਼ਾਂਕ ਸਾਡੇ ਕੋਲ 1,1 ਨੇ, Q ਬਿੰਦੂ ਹੈ ਜਿਹਦੇ ਨਿਰਦੇਸ਼ਾਂਕ ਸਾਡੇ ਕੋਲ 2,2 ਨੇ, R ਦੇ ਨਿਰਦੇਸ਼ਾਂਕ 3,3 ਤੇ S ਦੇ ਨਿਰਦੇਸ਼ਾਂਕ 4,4 ਨੇ। ਠੀਕ ਹੈ, ਸੋ ਅਸੀਂ ਇਹ ਬਿੰਦੂਆਂ ਨੂੰ ਸਭ ਤੋਂ ਪਹਿਲਾਂ ਗ੍ਰਾਫ ਦੇ ਉੱਤੇ ਜਿਹੜਾ ਦਰਸਾਵਾਂਗੇ। ਠੀਕ ਹੈ, 1,1 ਦਾ ਭਾਵ ਹੈ ਕਿ ਇਹ ਵਾਲਾ ਬਿੰਦੂ ਜਿਹੜਾ ਹੈ ਇਹ y ਧੁਰੇ ਤੋਂ ਵੀ ਇਹਦਾ ਜਿਹੜਾ ਦੂਰੀ ਹੈ ਉਹ 1 ਇਕਾਈ ਹੈ ਤੇ x ਧੁਰੇ ਤੋਂ ਵੀ ਇਹਦੀ ਦੂਰੀ ਜਿਹੜੀ 1 ਇਕਾਈ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਜਿਹੜੀ x ਦੀ ਕੀਮਤ ਹੈ ਉਹ ਸਾਡੇ ਕੋਲ 1 ਹੈ ਤੇ y ਦੀ ਕੀਮਤ ਵੀ ਸਾਡੇ ਕੋਲ 1 ਹੈ। ਠੀਕ ਹੈ, तो x ਬਰਾਬਰ 1 ਜਿਹੜਾ ਹੈ ਉਹ ਸਾਡੇ ਕੋਲ ਇਹ ਤੁਸੀਂ ਦੇਖ ਸਕਦੇ ਹੋ, ਤੇ ਇਹ ਸਾਡੇ ਕੋਲ y ਬਰਾਬਰ 1 ਹੈ। तो ਇਹਨਾਂ ਦੋਨਾਂ ਹੀ ਪੁਆਇੰਟਸ ਤੋਂ, ਦੋਨਾਂ ਹੀ ਬਿੰਦੂਆਂ ਤੋਂ ਅਸੀਂ ਜਿਹੜੇ ਇੱਥੇ ਰੇਖਾਵਾਂ ਜਿਹੜੀਆਂ ਖਿੱਚਾਂਗੇ, ਇਹ ਦੋਨੋਂ ਰੇਖਾਵਾਂ ਜਿਹੜੀਆਂ ਤੁਸੀਂ ਹਰੇ ਰੰਗ ਦੇ ਵਿੱਚ ਦੇਖ ਰਹੇ ਹੋ, ਇਹ ਜਿਸ ਬਿੰਦੂ ਤੇ ਮਿਲਣਗੀਆਂ ਉਹ ਹੀ ਸਾਡੇ ਕੋਲ ਲੋੜੀਂਦਾ ਬਿੰਦੂ P ਹੋਏਗਾ, ਜਿਸ ਦੇ ਨਿਰਦੇਸ਼ਾਂਕ ਸਾਡੇ ਕੋਲ 1,1 ਹਨ। P 1,1। ਠੀਕ ਹੈ, ਇਸ ਤੋਂ ਬਾਅਦ ਸਾਡੇ ਕੋਲ ਬਿੰਦੂ Q ਹੈ, ਤਾਂ Q ਦੇ ਵਿੱਚ ਸਾਡੇ ਕੋਲ x ਦੀ ਕੀਮਤ ਵੀ 2 ਹੈ ਤੇ y ਦੀ ਕੀਮਤ ਵੀ 2 ਹੈ। तो ਇਸ ਵਾਰ ਅਸੀਂ ਦੇਖਾਂਗੇ ਕਿ x2 ਸਾਡੇ ਕੋਲ ਇਹ x2 ਹੈ, ਇੱਥੇ ਸਾਡੇ ਕੋਲ x ਦੀ ਕੀਮਤ ਜਿਹੜੀ 2 ਹੈ x ਧੁਰੇ ਦੇ ਉੱਤੇ, ਤੇ y ਧੁਰੇ ਦੇ ਉੱਤੇ ਜਿਹੜਾ ਅਸੀਂ ਕੀਮਤ ਉਹ ਵੀ 2 ਲੈਣੀ ਹੈ। तो ਇਹਨਾਂ ਦੋਨੋਂ ਹੀ ਬਿੰਦੂਆਂ ਤੋਂ ਅਸੀਂ ਸਾਹਮਣੇ ਜਿਹੜਾ ਹੈ ਰੇਖਾਵਾਂ ਉਹ ਖਿੱਚਾਂਗੇ। ਇਸੇ ਢੰਗ ਦੇ ਨਾਲ x ਕੀਮਤ ਜਿਹੜੀ 2 ਹੈ ਉਹਦੇ ਤੋਂ ਵੀ ਅਸੀਂ ਸਾਹਮਣੇ ਜਿਹੜੀ ਰੇਖਾ ਉਹ ਖਿੱਚਾਂਗੇ। ਠੀਕ ਹੈ, तो ਇਹ ਦੋਨੋਂ ਰੇਖਾਵਾਂ ਜਿਸ ਬਿੰਦੂ ਤੇ ਮਿਲਦੀਆਂ ਨੇ ਉਹ ਬਿੰਦੂ ਸਾਡੇ ਕੋਲ ਲੋੜੀਂਦਾ ਬਿੰਦੂ Q ਹੈ। ਤੇ Q ਦੇ ਜਿਹੜੇ ਨਿਰਦੇਸ਼ਾਂਕ ਨੇ ਸਾਡੇ ਕੋਲ ਉਹ ਤੁਸੀਂ ਦੇਖ ਸਕਦੇ ਹੋ 2,2 ਹਨ। ਠੀਕ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਬਿੰਦੂ ਹੈ ਉਹ ਸਾਡੇ ਕੋਲ R ਹੈ। R ਦੇ ਨਿਰਦੇਸ਼ਾਂਕ ਸਾਡੇ ਕੋਲ 3,3 ਨੇ, ਭਾਵ x ਦੀ ਕੀਮਤ ਵੀ 3 ਹੈ ਤੇ y ਦੀ ਕੀਮਤ ਵੀ ਸਾਡੇ ਕੋਲ 3 ਹੈ। ਠੀਕ ਹੈ, तो ਇਹ ਸਾਡੇ ਕੋਲ x ਧੁਰੇ ਦੇ ਉੱਤੇ 3 ਹੈ, ਇਹ y ਧੁਰੇ ਦੇ ਉੱਤੇ 3 ਹੈ। ਇਸੇ ਢੰਗ ਦੇ ਨਾਲ x ਧੁਰੇ ਤੋਂ ਵੀ ਅਸੀਂ ਸਿੱਧੀ ਰੇਖਾ ਜਿਹੜੀ ਉੱਪਰ ਖਿੱਚਾਂਗੇ, ਔਰ ਇਹ ਦੋਨੋਂ ਰੇਖਾਵਾਂ ਜਿਸ ਬਿੰਦੂ ਤੇ ਆਪਸ ਵਿੱਚ ਮਿਲਦੀਆਂ ਨੇ ਉਹ ਬਿੰਦੂ ਸਾਡੇ ਕੋਲ R ਬਿੰਦੂ ਨੂੰ ਦਰਸਾਉਂਦਾ ਹੈ। ਠੀਕ ਹੈ, ਬਿੰਦੂ R, R ਦੇ ਨਿਰਦੇਸ਼ਾਂਕ ਸਾਡੇ ਕੋਲ 3,3 ਹਨ। ਇਸੇ ਢੰਗ ਦੇ ਨਾਲ ਚੌਥਾ ਜਿਹੜਾ ਬਿੰਦੂ S ਹੈ ਉਹਨੂੰ ਵੀ ਅਸੀਂ ਵਰਗੀਕ੍ਰਿਤ ਗ੍ਰਾਫ ਦੇ ਉੱਤੇ ਦਰਸਾ ਸਕਦੇ ਹਾਂ। ਇਹਦੇ ਵਿੱਚ x ਦੀ ਕੀਮਤ ਜਿਹੜੀ ਹੈ ਉਹ ਵੀ ਸਾਡੇ ਕੋਲ 4 ਹੈ ਤੇ y ਦੀ ਕੀਮਤ ਵੀ 4 ਹੈ। तो x ਧੁਰੇ ਦੇ ਉੱਤੇ 4 ਇਹ ਸਾਡੇ ਕੋਲ ਹੈ। x ਧੁਰੇ ਦੇ ਉੱਤੇ ਸਾਡੇ ਕੋਲ ਜਿਹੜੀ 4 ਕੀਮਤ ਹੈ, 4 ਤੋਂ ਅਸੀਂ ਸਿੱਧੀ ਰੇਖਾ ਜਿਹੜੀ ਉੱਪਰ ਖਿੱਚਾਂਗੇ, ਔਰ ਇਸੇ ਢੰਗ ਦੇ ਨਾਲ y ਧੁਰੇ ਤੋਂ ਜਿਹੜੀ 4 ਕੀਮਤ ਤੋਂ ਅਸੀਂ ਰੇਖਾ ਜਿਹੜੀ ਇੱਧਰ ਖਿੱਚਾਂਗੇ, ਜਿਹੜੀ ਕਿ ਪਿਛਲੀ ਰੇਖਾ ਨੂੰ ਜਿਸ ਬਿੰਦੂ ਤੇ ਕੱਟੇਗੀ ਉਹ ਬਿੰਦੂ ਸਾਡੇ ਕੋਲ S ਹੋਏਗਾ, ਤੇ S ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਸਾਡੇ ਕੋਲ 4,4 ਨੇ। ਠੀਕ ਹੈ, तो ਇਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ P, Q, R ਤੇ S ਚਾਰਾਂ ਨੂੰ ਅਸੀਂ ਵਰਗੀਕ੍ਰਿਤ ਗ੍ਰਾਫ ਦੇ ਉੱਤੇ, ਵਰਗੀਕ੍ਰਿਤ ਕਾਗਜ਼ ਦੇ ਉੱਤੇ ਦਰਸਾ ਲਿਆ ਹੈ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਸਰਲ ਰੇਖਾ ਖਿੱਚਣ ਦੀ, ਤੇ ਦੇਖਾਂਗੇ ਕਿ ਇਹ ਚਾਰ ਬਿੰਦੂ ਇੱਕ ਸਰਲ ਰੇਖਾ ਦੇ ਉੱਤੇ ਸਥਿਤ ਹਨ ਜਾਂ ਨਹੀਂ। ਠੀਕ ਹੈ, ਹਾਂਜੀ ਸਟੂਡੈਂਟਸ, ਅਸੀਂ ਦੇਖ ਸਕਦੇ ਹਾਂ ਕਿ ਚਾਰੇ ਬਿੰਦੂ ਜਿਹੜੇ ਨੇ ਉਹ ਇੱਕ ਸਰਲ ਰੇਖਾ ਦੇ ਉੱਤੇ ਹੀ ਸਥਿਤ ਹਨ। ਠੀਕ ਹੈ, ਤਾਂ ਅਸੀਂ ਇੱਥੇ ਲਿਖ ਦਿਆਂਗੇ ਇਹ ਚਾਰੋਂ ਬਿੰਦੂ ਵੀ ਇੱਕ ਸਰਲ ਰੇਖਾ ਦੇ ਉੱਤੇ ਸਥਿਤ ਹਨ। ਹਾਂ, ਇਹ ਚਾਰੋਂ ਬਿੰਦੂ
एक सरल रेखा उत्ते स्थित ਹਨ। ठीक है विद्यार्थियों, तो ਇੱਕੋ किस्म के दो सवाल ਜਿਹੜੇ ਅਸੀਂ हल ਕੀਤੇ ਨੇ। ਇਸ ਤੋਂ ਬਾਅਦ ਅਗਲਾ ਸਵਾਲ ਵੀ ਬਿਲਕੁਲ ਇਸੇ ਢੰਗ ਦਾ ਹੈ। ਇਹ ਤੁਸੀਂ ਆਪਣੇ ਆਪ ਕਰਨਾ ਹੈ। ਇਹ ਚਾਰੋਂ ਜਿਹੜੇ ਨਿਰਦੇਸ਼ ਅੰਕ ਤੁਸੀਂ ਨੋਟ ਕਰ ਲੈਣੇ ਨੇ ਤੇ ਇਹਨਾਂ ਨੂੰ ਗ੍ਰਾਫ ਦੇ ਉੱਤੇ ਨਿਰਧਾਰਿਤ ਕਰਕੇ ਲੋਕੇਟ ਕਰਕੇ ਦਰਸਾ ਕੇ ਫਿਰ ਤੁਸੀਂ ਚੈੱਕ ਕਰਨਾ ਹੈ ਕਿ ਇਹ ਚਾਰੋਂ ਬਿੰਦੂ ਵੀ ਇੱਕ ਰੇਖਾ ਦੇ ਵਿੱਚੋਂ ਇੱਕ ਸਰਲ ਰੇਖਾ ਦੇ ਉੱਤੇ ਸਥਿਤ ਹਨ ਜਾਂ ਨਹੀਂ। ਠੀਕ ਹੈ। ਇਸ ਤੋਂ ਬਾਅਦ ਅਗਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਬਿੰਦੂਆਂ 2,3 ਅਤੇ 3,2 ਵਿੱਚੋਂ ਲੰਘਦੀ ਹੋਈ ਇੱਕ ਸਰਲ ਰੇਖਾ ਖਿੱਚੋ। ਉਹਨਾਂ ਬਿੰਦੂਆਂ ਦੇ ਨਿਰਦੇਸ਼ ਅੰਕ ਲਿਖੋ ਜਿਨ੍ਹਾਂ ਤੇ ਇਹ ਰੇਖਾ x ਧੁਰੇ ਅਤੇ y ਧੁਰੇ ਨੂੰ ਕੱਟਦੀ ਹੈ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਗ੍ਰਾਫ ਦੇ ਉੱਤੇ ਇੱਕ ਵਰਗੀਕ੍ਰਿਤ ਕਾਗਜ਼ ਦੇ ਉੱਤੇ ਇਹ ਦੋਨੋਂ ਬਿੰਦੂ ਜਿਹੜੇ ਦਰਸਾਵਾਂਗੇ। ਫਿਰ ਇਹਨਾਂ ਦੋਨੋਂ ਬਿੰਦੂਆਂ ਦੇ ਵਿੱਚੋਂ ਲੰਘਦੀ ਹੋਈ ਇੱਕ ਸਰਲ ਰੇਖਾ ਖਿੱਚਾਂਗੇ ਤੇ ਉਹ ਰੇਖਾ x ਧੁਰੇ ਨੂੰ ਤੇ y ਧੁਰੇ ਨੂੰ ਜਿਨ੍ਹਾਂ ਬਿੰਦੂਆਂ ਤੇ ਕੱਟਦੀ ਹੈ ਉਹਨਾਂ ਬਿੰਦੂਆਂ ਦੇ ਨਿਰਦੇਸ਼ ਅੰਕ ਲਿਖਾਂਗੇ। ਠੀਕ ਹੈ। ਤਾਂ ਆਓ ਸਭ ਤੋਂ ਪਹਿਲਾਂ ਇੱਕ ਗ੍ਰਾਫ ਜਿਹੜਾ ਅਸੀਂ ਲੈ ਲੈਂਦੇ ਹਾਂ। ਹਾਂਜੀ ਵਿਦਿਆਰਥੀਓ, ਸਭ ਤੋਂ ਪਹਿਲਾਂ ਬਿੰਦੂ ਜਿਹੜਾ 2,3 ਹੈ ਇਹਦੇ ਵਿੱਚ x ਦੀ ਕੀਮਤ ਜਿਹੜੀ ਅਸੀਂ ਦੇਖ ਸਕਦੇ ਹਾਂ 2 ਹੈ ਤੇ y ਦੀ ਕੀਮਤ ਸਾਡੇ ਕੋਲ 3 ਹੈ। ਤਾਂ x2 ਸਾਡੇ ਕੋਲ ਇੱਥੇ ਹੈ, x ਧੁਰੇ ਦੇ ਉੱਤੇ 2 ਤੇ y ਧੁਰੇ ਦੇ ਉੱਤੇ 3 ਜਿਹੜਾ ਸਾਡੇ ਕੋਲ ਇੱਥੇ ਹੈ। ਤਾਂ ਬਿਲਕੁਲ ਪਹਿਲਾਂ ਦੀ ਤਰ੍ਹਾਂ ਅਸੀਂ ਇਸ 2 ਤੋਂ ਜਿਹੜੀ ਇੱਕ ਰੇਖਾ ਉੱਪਰ ਲਗਾਵਾਂਗੇ ਤੇ ਇੱਧਰ 3 ਤੋਂ ਇੱਕ ਰੇਖਾ ਜਿਹੜੀ ਇੱਧਰ ਅਸੀਂ ਖਿੱਚਾਂਗੇ ਲੰਬ ਰੂਪ ਦੇ ਵਿੱਚ। तो ये दोनों रेखावां आपस ਦੇ ਵਿੱਚ ਜਿੱਥੇ ਕੱਟਣਗੀਆਂ ਉਹ ਹੀ ਸਾਡੇ ਕੋਲ ਲੋੜੀਂਦਾ ਬਿੰਦੂ ਹੋਏਗਾ 2,3। ਠੀਕ ਹੈ। तो ਇਹ ਸਾਡੇ ਕੋਲ ਬਿੰਦੂ 2,3 ਹੈ। ਔਰ ਇਸ ਤੋਂ ਬਾਅਦ ਦੂਸਰਾ ਬਿੰਦੂ ਸਾਡੇ ਕੋਲ ਹੈ 3,2। ਇਹਦੇ ਵਿੱਚ x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 3 ਹੈ ਤੇ y ਦੀ ਕੀਮਤ ਸਾਡੇ ਕੋਲ 2 ਹੈ। ਠੀਕ ਹੈ। x ਧੁਰੇ ਦੇ ਉੱਤੇ 3 ਸਾਡੇ ਕੋਲ ਇਹ ਸਥਿਤ ਹੈ, ਤੁਸੀਂ ਦੇਖ ਸਕਦੇ ਹੋ। y ਧੁਰੇ ਦੇ ਉੱਤੇ 2 ਜਿਹੜਾ ਸਾਡੇ ਕੋਲ ਇਹ ਸਥਿਤ ਹੈ। ਸੋ ਹੁਣ ਅਸੀਂ ਪਹਿਲਾਂ ਦੀ ਤਰ੍ਹਾਂ 2 ਤੋਂ ਅਤੇ 3 ਦੋਨਾਂ ਤੋਂ ਜਿਹੜੀਆਂ ਰੇਖਾਵਾਂ ਸਿੱਧੀਆਂ ਖਿੱਚਾਂਗੇ। ਸੋ ਇਸੇ ਤਰ੍ਹਾਂ x ਧੁਰੇ ਤੋਂ ਜਿੱਥੇ ਕੀਮਤ ਸਾਡੇ ਕੋਲ 3 ਹੈ ਉੱਥੋਂ ਅਸੀਂ ਇੱਕ ਲੰਬ ਰੇਖਾ ਜਿਹੜੀ ਖਿੱਚਾਂਗੇ। तो ये रेखा पिछली रेखा ਨੂੰ जिस बिंदु ਤੇ ਕੱਟਦੀ ਹੈ ਉਹ ਸਾਡੇ ਕੋਲ ਲੋੜੀਂਦਾ ਬਿੰਦੂ 3,2 ਹੈ। ਠੀਕ ਹੈ। 3,2। ਤਾਂ ਹੁਣ ਅਸੀਂ ਇਹਨਾਂ ਦੋਨਾਂ ਬਿੰਦੂਆਂ ਦੇ ਵਿੱਚੋਂ ਲੰਘਦੀ ਹੋਈ ਇੱਕ ਸਰਲ ਰੇਖਾ ਜਿਹੜੀ ਖਿੱਚਣੀ ਹੈ। तो आओ देखते हैं। ਹਾਂਜੀ, ਤਾਂ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲ ਇੱਕ ਸਰਲ ਰੇਖਾ ਹੈ ਜਿਹੜੀ ਕਿ ਦੋਨੋਂ ਹੀ ਬਿੰਦੂਆਂ ਦੇ ਵਿੱਚੋਂ ਦਿੱਤੇ ਹੋਏ ਬਿੰਦੂਆਂ ਦੇ ਵਿੱਚੋਂ ਹੋ ਕੇ ਲੰਘਦੀ ਹੈ। ਠੀਕ ਹੈ। ਹੁਣ ਇਹ ਸਰਲ ਰੇਖਾ x ਧੁਰੇ ਨੂੰ ਜਿਸ ਬਿੰਦੂ ਤੇ ਕੱਟਦੀ ਹੈ ਉਸਦੇ ਅਤੇ y ਧੁਰੇ ਨੂੰ ਜਿਸ ਬਿੰਦੂ ਤੇ ਕੱਟਦੀ ਹੈ ਉਸਦੇ ਵੀ ਅਸੀਂ ਨਿਰਦੇਸ਼ ਅੰਕ ਜਿਹੜੇ ਉਹ ਲਿਖਾਂਗੇ ਜੋ ਸਾਨੂੰ ਸਵਾਲ ਦੇ ਵਿੱਚ ਪੁੱਛੇ ਗਏ ਨੇ। ਠੀਕ ਹੈ। ਸੋ x ਧੁਰੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲ ਉਹ ਬਿੰਦੂ ਹੈ, ਇਹਦਾ ਨਾਮ ਅਸੀਂ A ਰੱਖ ਲੈਂਦੇ ਹਾਂ। ਜਿਸ ਪੁਆਇੰਟ ਦੇ ਉੱਤੇ ਇਹ ਜਿਹੜੀ ਰੇਖਾ ਹੈ ਸਰਲ ਰੇਖਾ ਉਹ ਸਾਡੇ ਕੋਲ x ਧੁਰੇ ਨੂੰ ਕੱਟਦੀ ਹੈ ਔਰ ਇਸ ਧੁਰੇ ਦੇ ਉੱਤੇ ਸਾਡੇ ਕੋਲ ਜਿਹੜੀ x ਦੀ ਕੀਮਤ ਹੈ ਉਹ ਅਸੀਂ ਦੇਖ ਸਕਦੇ ਹਾਂ 5 ਹੈ। ਤੇ ਸਾਨੂੰ ਪਤਾ ਹੈ ਕਿ x ਧੁਰੇ ਦੇ ਉੱਤੇ ਅਸੀਂ ਕੋਈ ਵੀ ਬਿੰਦੂ ਜੇਕਰ ਲਵਾਂਗੇ ਉਹਦੇ ਵਿੱਚ y ਨਿਰਦੇਸ਼ ਅੰਕ ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਹਮੇਸ਼ਾ 0 ਹੀ ਰਹਿੰਦੀ ਹੈ, 0 ਹੀ ਰਹਿੰਦੀ ਹੈ। ਠੀਕ ਹੈ। तो a ਦੇ ਜਿਹੜੇ ਨਿਰਦੇਸ਼ ਅੰਕ ਨੇ ਸਾਡੇ ਕੋਲ 5,0 ਜਿਹੜੇ ਬਣ ਜਾਣਗੇ। ਇਸੇ ਢੰਗ ਦੇ ਨਾਲ ਉਹ ਬਿੰਦੂ ਜਿਸ ਉੱਤੇ ਇਹ ਰੇਖਾ y ਧੁਰੇ ਨੂੰ ਕੱਟਦੀ ਹੈ ਉਹਦਾ ਨਾਮ ਅਸੀਂ b ਰੱਖ ਲੈਂਦੇ ਹਾਂ ਤੇ b ਦੇ ਜਿਹੜੇ ਨਿਰਦੇਸ਼ ਅੰਕ ਜਦੋਂ ਅਸੀਂ ਲਿਖਾਂਗੇ तो y ਧੁਰੇ ਦੇ ਉੱਤੇ ਕੋਈ ਵੀ ਜੇਕਰ ਅਸੀਂ ਬਿੰਦੂ ਲੈਨੇ ਆ ਉਹਦੇ ਵਿੱਚ x ਦੀ ਕੀਮਤ ਜਿਹੜੀ ਹਮੇਸ਼ਾ ਹੀ ਸਾਡੇ ਕੋਲ ਉਹ 0 ਰਹਿੰਦੀ ਹੈ x ਨਿਰਦੇਸ਼ ਅੰਕ ਦੀ ਤੇ y ਨਿਰਦੇਸ਼ ਅੰਕ ਤੁਸੀਂ ਦੇਖ ਸਕਦੇ ਹੋ ਉਹਦੀ ਕੀਮਤ ਸਾਡੇ ਕੋਲ ਇੱਥੇ 5 ਹੈ। ਠੀਕ ਹੈ। ਸੋ ਅਸੀਂ ਲਿਖਾਂਗੇ ਕਿ ਇਹਨਾਂ ਦੋਨਾਂ ਬਿੰਦੂਆਂ ਦੇ ਵਿੱਚੋਂ ਲੰਘਦੀ ਹੋਈ ਸਰਲ ਰੇਖਾ x ਧੁਰੇ ਨੂੰ 5,0 ਅਤੇ y ਧੁਰੇ ਨੂੰ 0,5 ਬਿੰਦੂਆਂ ਉੱਤੇ ਕੱਟਦੀ ਹੈ। ਸੋ ਅਸੀਂ ਲਿਖਾਂਗੇ ਇੱਥੇ ਬਿੰਦੂਆਂ 2,3 ਅਤੇ
3,2 ਵਿੱਚੋਂ ਲੰਘਦੀ ਹੋਈ ਸਰਲ ਰੇਖਾ x ਤੁਰੇ ਨੂੰ 5,0 ਅਤੇ y ਤੁਰੇ ਨੂੰ 0,5 ਉੱਤੇ ਕੱਟਦੀ ਹੈ। ਠੀਕ ਹੈ, तो ਇਹ ਸਾਡੇ ਕੋਲ ਇਹ ਸਵਾਲ ਦਾ ਜਿਹੜਾ ਉੱਤਰ ਉਹ ਬਣ ਜਾਂਦਾ ਹੈ। ठीक है विद्यार्थियों, तो आओ आगे चलते हैं। अगला सवाल साडे कोल है, ग्राफ विच बनाए गए चित्रां विच हरेक दे सिखरां दे निर्देश अंक लिखो। तो ग्राफ दे विच तुसीं देख सकते हो, ये साडे कोल ओ ए बी सी एक आयत है। इस तो बाद पी क्यू आर एस ये साडे कोल एक समान अंतर चतुर्भुज है, और इस तो बाद के एल एम ये साडे कोल एक त्रिभुज है। ठीक है, तो ये तीनों ही आकृतियां दे जिहड़े सिखर ने, सिखरां दे जो भी निर्देश अंक इत्थे बनदे ने ਉਹ ਅਸੀਂ ਇਸ सवाल ਦੇ ਵਿੱਚ ਸਾਨੂੰ ਪੁੱਛੇ ਗਏ ਨੇ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਆਇਤ ਦੇ ਸਿਖਰਾਂ ਦੇ ਜਿਹੜੇ ਨਿਰਦੇਸ਼ ਅੰਕ ਹੈ ਉਹ ਲਿਖਾਂਗੇ। ਉਸ ਤੋਂ ਬਾਅਦ ਅਸੀਂ ਸਮਾਨਾਂਤਰ ਚਤੁਰਭੁਜ ਦੇ ਸਿਖਰਾਂ ਦੇ ਨਿਰਦੇਸ਼ ਅੰਕ ਲਿਖਾਂਗੇ, ਤੇ ਉਸ ਤੋਂ ਬਾਅਦ ਇਸ ਤ੍ਰਿਭੁਜ ਦੇ ਸਿਖਰਾਂ ਦੇ ਨਿਰਦੇਸ਼ ਅੰਕ ਜਿਹੜੇ ਨੇ ਉਹ ਲਿਖਾਂਗੇ। ਠੀਕ ਹੈ, तो आओ आयत ओ ए बी सी दे ਸਿਖਰਾਂ ਦੇ ਨਿਰਦੇਸ਼ ਅੰਕ। ਹਾਂਜੀ, तो सब तो पहला ओ दे निर्देश अंक। स्टूडेंट्स ओ ਜਿਹੜਾ ਹੈ ਅਸੀਂ ਪਹਿਲਾਂ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। ਉਹ ਬਿੰਦੂ ਹੈ ਜਿੱਥੇ x ਤੇ y ਧੁਰਾ ਦੋਨੋਂ ਜਿਹੜੇ ਆਪਸ ਦੇ ਵਿੱਚ ਕੱਟਦੇ ਨੇ, ਇਹਨੂੰ ਅਸੀਂ ਮੂਲ ਬਿੰਦੂ ਵੀ ਕਹਿੰਦੇ ਹਾਂ। ਔਰ ਇਸ ਬਿੰਦੂ ਦੇ ਉੱਤੇ x ਦੀ ਕੀਮਤ ਵੀ 0 ਹੁੰਦੀ ਹੈ ਤੇ y ਦੀ ਕੀਮਤ ਵੀ 0 ਹੁੰਦੀ ਹੈ। ਤਾਂ o ਦੇ ਜਿਹੜੇ ਨਿਰਦੇਸ਼ ਅੰਕ ਨੇ ਸਾਡੇ ਕੋਲ ਉਹ 0, 0 ਹਨ। ਠੀਕ ਹੈ, ਇਸੇ ਢੰਗ ਦੇ ਨਾਲ a ਦੇ ਨਿਰਦੇਸ਼ ਅੰਕ ਜਿਹੜਾ a ਬਿੰਦੂ ਹੈ, ਕਿਉਂਕਿ x ਧੁਰੇ ਦੇ ਉੱਤੇ ਸਥਿਤ ਹੈ ਤਾਂ ਇਹਦੇ ਵਿੱਚ y ਦੀ ਕੀਮਤ ਜਿਹੜੀ ਇਹਦੀ 0 ਹੋਏਗੀ, ਤੇ x ਦੀ ਕੀਮਤ ਅਸੀਂ ਦੇਖ ਸਕਦੇ ਹਾਂ ਇੱਥੇ ਸਾਡੇ ਕੋਲ 2 ਹੈ। ਠੀਕ ਹੈ, ਤਾਂ a ਦੇ ਜਿਹੜੇ ਨਿਰਦੇਸ਼ ਅੰਕ ਨੇ ਉਹ ਸਾਡੇ ਕੋਲ 2, 0 ਹੋਣਗੇ। ਇਸੇ ਢੰਗ ਦੇ ਨਾਲ ਬਿੰਦੂ c ਦੀ ਜੇਕਰ ਅਸੀਂ b ਦੀ ਗੱਲ ਕਰੀਏ ਤਾਂ b ਦੇ ਨਿਰਦੇਸ਼ ਅੰਕ ਬਿੰਦੂ B ਦੇ ਨਿਰਦੇਸ਼ ਅੰਕ ਤੁਸੀਂ ਦੇਖ ਸਕਦੇ ਹੋ। B ਦੇ ਬਿਲਕੁਲ ਹੇਠਾਂ x ਦੀ ਜਿਹੜੀ ਕੀਮਤ ਹੈ ਉਹ 2 ਹੈ, ਤੇ B ਦੇ ਬਿਲਕੁਲ ਖੱਬੇ ਪਾਸੇ ਜਿਹੜੀ x ਦੀ ਕੀਮਤ ਹੈ ਉਹ ਸਾਡੇ ਕੋਲ 3 ਹੈ। ਠੀਕ ਹੈ, तो x, y ਭਾਵ 2, 3 ਇਹ ਸਾਡੇ ਕੋਲ B ਦੇ ਨਿਰਦੇਸ਼ ਅੰਕ ਹੋਣਗੇ। ਠੀਕ ਹੈ, ਇਸੇ ਢੰਗ ਦੇ ਨਾਲ C ਦੇ ਨਿਰਦੇਸ਼ ਅੰਕ C ਬਿੰਦੂ y ਧੁਰੇ ਦੇ ਉੱਤੇ ਸਥਿਤ ਹੈ। y ਧੁਰੇ ਦੇ ਉੱਤੇ ਕੋਈ ਵੀ ਬਿੰਦੂ ਜਿਹੜਾ ਸਥਿਤ ਹੋਵੇ ਉਹਦੇ ਵਿੱਚ x ਦੀ ਕੀਮਤ ਹਮੇਸ਼ਾ 0 ਹੁੰਦੀ ਹੈ। ਠੀਕ ਹੈ, ਤੇ y ਦੀ ਕੀਮਤ ਤੁਸੀਂ ਇੱਥੇ ਦੇਖ ਸਕਦੇ ਹੋ ਸਾਡੇ ਕੋਲ 3 ਹੈ। तो C ਦੇ ਜਿਹੜੇ ਨਿਰਦੇਸ਼ ਅੰਕ ਨੇ ਉਹ ਸਾਡੇ ਕੋਲ 0, 3 ਹੋਣਗੇ। ਠੀਕ ਹੈ ਵਿਦਿਆਰਥੀਓ, तो ਇਸੇ ਢੰਗ ਦੇ ਨਾਲ ਹੁਣ ਅਸੀਂ ਸਮਾਨ ਅੰਤਰ ਚਤੁਰਭੁਜ PQRS ਦੇ ਵਿੱਚ ਚਾਰੋਂ ਸਿਖਰਾਂ ਦੇ ਜਿਹੜੇ ਨਿਰਦੇਸ਼ ਅੰਕ ਹੈ ਉਹ ਲਿਖਾਂਗੇ। ਸੋ ਹੁਣ ਸਮਾਨ ਅੰਤਰ ਚਤੁਰਭੁਜ ਦੇ ਚਾਰੋਂ ਸਿਖਰਾਂ ਦੇ ਨਿਰਦੇਸ਼ ਅੰਕ। हाँ जी, तो ਇਹਦੇ ਵਿੱਚ P ਦੇ ਨਿਰਦੇਸ਼ ਅੰਕ
फिर Q ਦੇ ਨਿਰਦੇਸ਼ਾਂਕ, ਫਿਰ R ਦੇ ਨਿਰਦੇਸ਼ਾਂਕ ਤੇ ਉਸ ਤੋਂ ਬਾਅਦ S ਦੇ ਨਿਰਦੇਸ਼ਾਂਕ ਆਪਾਂ ਲਿਖਾਂਗੇ। तो P ਬਿੰਦੂ ਤੁਸੀਂ ਦੇਖ ਸਕਦੇ ਹੋ, P ਬਿੰਦੂ ਦੇ ਹੇਠਾਂ ਜਿਹੜੀ X ਦੀ ਕੀਮਤ ਹੈ ਉਹ 4 ਹੈ ਤੇ Y ਦੀ ਜਿਹੜੀ ਕੀਮਤ ਹੈ ਖੱਬੇ ਪਾਸੇ ਉਹ 3 ਹੈ। तो P ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਸਾਡੇ ਕੋਲ 4,3 ਬਣਨਗੇ। ਇਸੇ ਢੰਗ ਦੇ ਨਾਲ Q ਦੇ ਹੇਠਾਂ X ਦੀ ਜਿਹੜੀ ਕੀਮਤ ਹੈ ਉਹ ਤੁਸੀਂ ਦੇਖ ਸਕਦੇ ਹੋ 6 ਹੈ ਤੇ ਖੱਬੇ ਪਾਸੇ Y ਦੀ ਜਿਹੜੀ ਕੀਮਤ ਹੈ 1 ਹੈ। तो Q ਦੇ ਜਿਹੜੇ ਨਿਰਦੇਸ਼ਾਂਕ ਨੇ ਉਹ 6,1 ਬਣਨਗੇ। R ਦੇ ਨਿਰਦੇਸ਼ਾਂਕ ਇਸੇ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ, ਹੇਠਾਂ X ਦੀ ਕੀਮਤ 6 ਹੈ ਤੇ Y ਦੀ ਕੀਮਤ 5 ਹੈ। तो 6,5 R ਦੇ ਨਿਰਦੇਸ਼ਾਂਕ ਨੇ। ਤੇ ਅਖੀਰ ਦੇ ਵਿੱਚ S ਦੇ ਜਿਹੜੇ ਨਿਰਦੇਸ਼ਾਂਕ ਨੇ, ਹੇਠਾਂ ਜਿਹੜੀ ਕੀਮਤ ਹੈ ਉਹ ਤੁਸੀਂ ਦੇਖ ਸਕਦੇ ਹੋ 4 ਹੈ ਤੇ ਖੱਬੇ ਪਾਸੇ ਜਿਹੜੀ Y ਦੀ ਕੀਮਤ ਹੈ ਉਹ 7 ਹੈ। तो S ਦੀ ਜਿਹੜੀ S ਦੇ ਨਿਰਦੇਸ਼ਾਂਕ ਸਾਡੇ ਕੋਲ 4,7 ਹੋਣਗੇ। ਠੀਕ ਹੈ। तो ਇਸੇ ਹੀ ਢੰਗ ਦੇ ਨਾਲ ਅਸੀਂ ਹੁਣ ਤ੍ਰਿਭੁਜ KLM ਦੇ ਜਿਹੜੇ ਨਿਰਦੇਸ਼ਾਂਕ ਇਹਦੇ ਸਿਖਰਾਂ ਦੇ ਲਿਖਾਂਗੇ। ਹੁਣ ਟ੍ਰਾਇੰਗਲ KLM ਦੇ ਸਿਖਰਾਂ ਦੇ ਨਿਰਦੇਸ਼ਾਂਕ। तो ਇਹਦੇ ਵਿੱਚ K ਜਿਹੜਾ ਸਿਖਰ ਹੈ ਉਹਦੇ ਨਿਰਦੇਸ਼ਾਂਕ ਤੁਸੀਂ ਦੇਖ ਸਕਦੇ ਹੋ। K ਦੇ ਹੇਠਾਂ ਜਿਹੜੀ X ਦੀ ਕੀਮਤ ਹੈ ਉਹ ਸਾਡੇ ਕੋਲ 10 ਹੈ ਤੇ K ਦੇ ਕੋਰਸਪੋਂਡਿੰਗ ਜਿਹੜੀ Y ਦੀ ਕੀਮਤ ਹੈ ਉਹ ਸਾਡੇ ਕੋਲ 5 ਹੈ। तो K ਦੇ ਨਿਰਦੇਸ਼ਾਂਕ ਸਾਡੇ ਕੋਲ ਹੈਗੇ ਨੇ 10,5। ਇਸੇ ਢੰਗ ਦੇ ਨਾਲ L ਦੇ ਨਿਰਦੇਸ਼ਾਂਕ ਆਪਾਂ ਦੇਖ ਸਕਦੇ ਹਾਂ। L ਦੇ ਨਿਰਦੇਸ਼ਾਂਕ ਸਾਡੇ ਕੋਲ ਹੈਗੇ ਨੇ, X ਦੀ ਕੀਮਤ ਇੱਥੇ 7 ਹੈ ਸਾਡੇ ਕੋਲ ਤੇ Y ਦੀ ਕੀਮਤ ਜਿਹੜੀ ਉਹ ਵੀ 7 ਹੈ। ਇਸ ਤੋਂ ਬਾਅਦ ਅਖੀਰ ਦੇ ਵਿੱਚ ਸਾਡੇ ਕੋਲ ਬਿੰਦੂ M ਦੇ ਜਿਹੜੇ ਨਿਰਦੇਸ਼ਾਂਕ ਆਪਾਂ ਲਿਖਣੇ ਨੇ। तो M ਦੇ ਹੇਠਾਂ X ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 10 ਹੈ ਤੇ M ਦੇ ਖੱਬੇ ਪਾਸੇ Y ਦੀ ਜਿਹੜੀ ਕੀਮਤ ਅਸੀਂ ਦੇਖ ਸਕਦੇ ਹਾਂ ਉਹ ਸਾਡੇ ਕੋਲ 8 ਹੈ। ਸੋ 10,8 ਇਹ ਸਾਡੇ ਕੋਲ ਬਿੰਦੂ ਸਿਖਰ M ਦੇ ਜਿਹੜੇ ਨਿਰਦੇਸ਼ਾਂਕ ਹਨ। ਠੀਕ ਹੈ। तो ਇਸ ਢੰਗ ਦੇ ਨਾਲ ਤੁਸੀਂ ਦੇਖਿਆ ਕਿ ਅਸੀਂ ਕਿਵੇਂ ਕਿਸੇ ਆਕ੍ਰਿਤੀ ਦੇ ਸਿਖਰਾਂ ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਗ੍ਰਾਫ ਨੂੰ ਦੇਖ ਕੇ ਲਿਖੇ ਨੇ। ਇਸ ਢੰਗ ਦੇ ਨਾਲ ਅਸੀਂ ਲਿਖ ਸਕਦੇ ਹਾਂ। ਠੀਕ ਹੈ। ਸੋ ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ। ਸੋ ਅਗਲਾ ਸਵਾਲ ਸਾਡੇ ਕੋਲ ਅੱਜ ਦੇ ਲੈਸਨ ਦਾ ਆਖਰੀ ਸਵਾਲ ਹੈ 15.2 ਅਭਿਆਸ ਦਾ ਵੀ ਆਖਰੀ ਸਵਾਲ ਹੈ। तो ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਪਾਠ ਹੈ, ਸੋ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਹੇਠ ਲਿਖੇ ਕਥਨਾਂ ਵਿੱਚ ਕਿਹੜੇ ਸੱਚ ਹਨ ਅਤੇ ਕਿਹੜੇ ਝੂਠ। ਝੂਠ ਨੂੰ ਠੀਕ ਕਰੋ। ਠੀਕ ਹੈ। तो ਇਹਦੇ ਸਾਡੇ ਕੋਲ 3 ਕਥਨ ਜਿਹੜੇ ਦਿੱਤੇ ਗਏ ਨੇ, 1 2 3। ਇਹਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ तो ਅਸੀਂ ਦੇਖਾਂਗੇ ਕਿ ਕਥਨ ਜਿਹੜੇ ਸੱਚ ਨੇ ਜਾਂ ਝੂਠ ਨੇ। तो ਪਹਿਲਾ ਜਿਹੜਾ ਕਥਨ ਹੈ ਸਾਡੇ ਕੋਲ, ਕੋਈ ਬਿੰਦੂ ਜਿਸ ਦਾ X ਨਿਰਦੇਸ਼ ਅੰਕ 0 ਹੈ ਅਤੇ Y ਨਿਰਦੇਸ਼ ਅੰਕ 0 ਨਹੀਂ ਹੈ Y ਧੁਰੇ ਤੇ ਸਥਿਤ ਹੁੰਦਾ ਹੈ। ਇਹ ਬਿਲਕੁਲ ਸਹੀ ਹੈ। ਆਪਾਂ ਪਹਿਲਾਂ ਵੀ ਇਸ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਜਿਹੜਾ ਵੀ ਸਾਡੇ ਕੋਲ ਬਿੰਦੂ ਜਿਹੜਾ Y ਧੁਰੇ ਦੇ ਉੱਤੇ ਸਥਿਤ ਹੁੰਦਾ ਹੈ ਉਹਦੇ ਵਿੱਚ X ਨਿਰਦੇਸ਼ ਅੰਕ ਦੀ ਜਿਹੜੀ ਕੀਮਤ ਹੈ ਉਹ ਹਮੇਸ਼ਾ 0 ਹੁੰਦੀ ਹੈ, 0 ਹੁੰਦੀ ਹੈ। ਠੀਕ ਹੈ। ਸੋ ਪਹਿਲੇ ਦਾ ਜਿਹੜਾ ਉੱਤਰ ਹੈ ਪਹਿਲੇ ਕਥਨ ਦਾ ਉਹ ਸਾਡੇ ਕੋਲ ਸੱਚ ਹੈ। ਇਸ ਤੋਂ ਬਾਅਦ ਦੂਜਾ ਕਥਨ ਦੇਖਦੇ ਹਾਂ ਅਸੀਂ, ਕੋਈ ਬਿੰਦੂ ਜਿਸ ਦਾ Y ਨਿਰਦੇਸ਼ ਅੰਕ 0 ਹੈ ਅਤੇ X ਨਿਰਦੇਸ਼ ਅੰਕ 5 ਹੈ Y ਧੁਰੇ ਤੇ ਸਥਿਤ ਹੁੰਦਾ ਹੈ। ਠੀਕ ਹੈ। ਤਾਂ ਬਿੰਦੂ ਜਿਹੜਾ ਹੈ ਸਾਡੇ ਕੋਲ ਉਹ X ਦੀ ਕੀਮਤ ਇਹਦੇ ਵਿੱਚ 5 ਹੈ ਤੇ Y ਦੀ ਕੀਮਤ ਜਿਹੜੀ ਉਹ 0 ਹੈ। ਇਸੇ ਤਰ੍ਹਾਂ ਉੱਪਰ ਵਾਲੇ ਦੇ ਵਿੱਚ ਸਾਡੇ ਕੋਲ X ਨਿਰਦੇਸ਼ ਅੰਕ ਜਿਹੜਾ 0 ਸੀ ਤੇ Y ਦੀ ਕੀਮਤ ਸਾਡੇ ਕੋਲ ਕੁਛ ਨਾ ਕੁਛ ਸੀ। ਸੋ ਇਹਨਾਂ ਨਿਰਦੇਸ਼ ਅੰਕਾਂ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ ਇਹਦੇ ਵਿੱਚ Y ਦੀ ਜਿਹੜੀ ਕੀਮਤ ਹੈ 0 ਹੈ, ਇਸ ਲਈ ਇਹ ਜਿਹੜਾ ਨਿਰਦੇਸ਼ ਅੰਕ, ਇਹ ਜਿਹੜਾ ਬਿੰਦੂ ਹੈ ਉਹ ਸਾਡੇ ਕੋਲ X ਧੁਰੇ ਦੇ ਉੱਤੇ ਸਥਿਤ ਹੋਏਗਾ, ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਠੀਕ ਹੈ। ਤਾਂ ਇਹਦੇ ਵਿੱਚ ਲਿਖਿਆ ਗਿਆ ਹੈ ਕਿ Y ਧੁਰੇ ਤੇ ਸਥਿਤ ਹੁੰਦਾ ਹੈ, ਇਹ ਗਲਤ ਹੈ, ਇਹ ਝੂਠ ਹੈ। ਠੀਕ ਹੈ। ਪਹਿਲੇ ਦਾ ਇਹਦਾ ਦੂਸਰੇ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਝੂਠ ਹੈ। ਸੋ ਇਹਦੇ ਨਾਲ ਹੀ ਅਸੀਂ ਇੱਥੇ ਸਹੀ ਕਥਨ ਜਿਹੜਾ ਉਹ ਲਿਖਾਂਗੇ। ਠੀਕ ਹੈ। ਕੋਈ ਬਿੰਦੂ ਜਿਸ ਦਾ Y ਨਿਰਦੇਸ਼ ਅੰਕ 0 ਹੈ ਅਤੇ X ਨਿਰਦੇਸ਼ ਅੰਕ 5 ਹੈ X ਧੁਰੇ ਉੱਤੇ ਸਥਿਤ ਹੁੰਦਾ ਹੈ। ਠੀਕ ਹੈ। ਕੋਈ ਬਿੰਦੂ ਜਿਸ ਦਾ Y ਨਿਰਦੇਸ਼ ਅੰਕ 0 ਹੈ
ਅਤੇ x ਨਿਰਦੇਸ਼ਾਂਕ ਪੰਜ ਹੈ x ਧੁਰੇ ਤੇ ਸਥਿਤ ਹੁੰਦਾ ਹੈ। ਠੀਕ ਹੈ, ਇਸ ਤੋਂ ਬਾਅਦ ਤੀਜਾ ਕਥਨ ਜਿਹੜਾ ਸਾਡੇ ਕੋਲ ਹੈ, ਮੂਲ ਬਿੰਦੂ ਦੇ ਨਿਰਦੇਸ਼ਾਂਕ 0,0 ਹਨ। ਇਹ ਆਪਾਂ ਪਿਛਲੇ ਸਵਾਲ ਦੇ ਵਿੱਚ ਵੀ ਦੇਖ ਚੁੱਕੇ ਹਾਂ, ਇਹਦੀ ਗੱਲ ਕਰ ਚੁੱਕੇ ਹਾਂ ਕਿ ਮੂਲ ਬਿੰਦੂ ਦੇ ਓਰੀਜਨ ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਸਾਡੇ ਕੋਲ 0,0 ਹੀ ਹੁੰਦੇ ਹਨ। ਠੀਕ ਹੈ, ਤੀਜਾ ਕਥਨ ਸਾਡੇ ਕੋਲ ਸੱਚ ਹੈ। ਠੀਕ ਹੈ ਵਿਦਿਆਰਥੀਓ, ਤਾਂ ਇਹ ਸਾਡੇ ਕੋਲ ਆਖਰੀ ਸਵਾਲ ਸੀ ਅੱਜ ਦੇ ਲੈਸਨ ਦਾ, ਅਭਿਆਸ 15.2 ਦਾ ਵੀ ਇਹ ਆਖਰੀ ਸਵਾਲ ਸੀ। ਠੀਕ ਹੈ, ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਲੈਸਨ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ ਤੇ ਹਰ ਇੱਕ ਦੱਸੀ ਗਈ ਚੀਜ਼ ਨੂੰ, ਜਾਣਕਾਰੀ ਨੂੰ ਨੋਟ ਵੀ ਕੀਤਾ ਹੋਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਦਾ ਅਭਿਆਸ ਵੀ ਕਰੋਗੇ। ਜੋ ਵੀ ਅਸਾਈਨਮੈਂਟ ਇਸ ਟੌਪਿਕ ਦੇ ਨਾਲ ਰਿਲੇਟਡ ਤੁਹਾਨੂੰ ਜਿਹੜੀ ਭੇਜੀ ਜਾਏਗੀ ਉਹ ਵੀ ਤੁਸੀਂ ਜ਼ਰੂਰ ਜਿਹੜੀ ਹੱਲ ਕਰਨੀ ਹੈ। ਠੀਕ ਹੈ ਵਿਦਿਆਰਥੀਓ, तो ਅੱਜ ਦੇ ਲਈ ਇੰਨਾ ਹੀ। ਫਿਰ ਅਗਲੇ ਕਿਸੇ ਲੈਸਨ ਦੇ ਵਿੱਚ ਅਗਲੇ ਕਨਸੈਪਟ ਦੇ ਨਾਲ ਫਿਰ ਅਸੀਂ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।